ਪੰਜਾਬੀ ਸਟੱਡੀ ਪੁਆਇੰਟ 60 ਵੇਖ ਰਹੇ ਸਾਰੇ ਹੀ ਵਿਊਅਰਸ ਦਾ ਇਸ ਚੈਨਲ 'ਤੇ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ। ਅੱਜ ਦੀ ਵੀਡੀਓ ਚੱਲ ਰਹੀ ਲੜੀ ਹੈ ਜੋ ਸਾਡੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ BA ਦੇ 6ਵੇਂ ਸਮੈਸਟਰ ਦੀ ਚੋਣਵੀਂ ਪੰਜਾਬੀ ਦੀ ਪਾਠ ਪੁਸਤਕ ਨਿਬੰਧ ਪ੍ਰਕਾਸ਼, ਜਿਸ ਨੂੰ ਸ਼੍ਰੀ ਕਰਨੈਲ ਸਿੰਘ ਥਿੰਦ ਜੀ ਨੇ ਸੰਪਾਦਿਤ ਕੀਤਾ ਹੈਗਾ। ਅਤੇ ਇਸ ਪਾਠ ਪੁਸਤਕ ਦੇ ਵਿੱਚ ਦਰਜ ਪਹਿਲਾ ਨਿਬੰਧ ਕਿਰਤ, ਜਿਸ ਨੂੰ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਲਿਖਿਆ ਹੈ। ਇਸ ਨਾਲ ਸੰਬੰਧਿਤ ਅਗਲਾ ਮਹੱਤਵਪੂਰਨ ਪ੍ਰਸ਼ਨ ਹੈ ਜੋ ਉਹ ਵਾਚਣਾ ਹੈ, ਜੋ ਕਿ ਸਾਹਿਤਕ ਦ੍ਰਿਸ਼ਟੀਕੋਣ ਤੋਂ ਇਸ ਨਿਬੰਧ ਦੀ ਆਪਾਂ ਪਰਖ, ਇਸ ਗੱਲ ਬਾਰੇ ਜਾਣਕਾਰੀ ਲੈਣੀ ਹੈਗੀ ਹੈ। ਇਸ ਤੋਂ ਪਹਿਲਾਂ ਇਸ ਨਿਬੰਧ ਬਾਰੇ 2 ਵੀਡੀਓਜ਼ ਅਪਲੋਡ ਕੀਤੀਆਂ ਜਾ ਚੁੱਕੀਆਂ ਨੇ। ਜਿਹੜੇ ਵੀ ਵਿਦਿਆਰਥੀਆਂ ਨੇ ਇਸ ਨਿਬੰਧ ਦਾ ਸਾਰ, ਵਿਸ਼ਾ ਅਤੇ ਛੋਟੇ ਪ੍ਰਸ਼ਨਾਂ ਦੇ ਉੱਤਰ ਅਜੇ ਤੱਕ ਨਹੀਂ ਵਾਚੇ, ਉਹ ਇਸ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਉਹ ਪ੍ਰਸ਼ਨ ਵਾਚ ਸਕਦੇ ਨੇ, ਤਾਂ ਕਿ ਉਹਨਾਂ ਨੂੰ ਇਸ ਵਿਸ਼ੇ ਦੀ ਪੂਰੀ ਸਮਝ ਲੱਗ ਜਾਵੇ। ਤਾਂ ਇਹ ਸਾਹਿਤਕ ਦ੍ਰਿਸ਼ਟੀਕੋਣ ਤੋਂ ਜੋ ਪਰਖ ਵਾਲਾ ਪ੍ਰਸ਼ਨ ਹੈ, ਇਹ 10 ਨੰਬਰ ਦਾ ਪ੍ਰਸ਼ਨ ਹੈ, ਇਸ ਲਈ ਬੜਾ ਹੀ ਮਹੱਤਵਪੂਰਨ ਹੈਗਾ। ਅਤੇ ਜਾਂ ਫਿਰ ਇਸ ਨੂੰ ਇਸ ਤਰ੍ਹਾਂ ਪੁੱਛਿਆ ਜਾ ਸਕਦਾ ਹੈ ਕਿ ਕਿਰਤ ਨਿਬੰਧ ਦੀ ਕਲਾਤਮਕ ਦ੍ਰਿਸ਼ਟੀਕੋਣ ਤੋਂ ਆਲੋਚਨਾ ਕਰੋ। ਕਿਰਤ ਨਿਬੰਧ ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਨਿਬੰਧਕਾਰ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੈ। ਵਿਸ਼ਾ ਵਸਤੂ ਪਹਿਲਾਂ ਦੱਸਣਾ ਆਪਾਂ ਨੰਬਰ 1 'ਤੇ, ਮਤਲਬ ਇਹਦੇ ਪੁਆਇੰਟਸ ਹੈਗੇ ਆ ਬੇਟਾ ਜੀ, ਉਸ ਹਿਸਾਬ ਨਾਲ ਅਸੀਂ ਦੇਖਣਾ ਹੈ ਵੀ ਇਹਦਾ ਵਿਸ਼ਾ ਵਸਤੂ ਕੀ ਹੈ, ਫਿਰ ਉਦੇਸ਼ ਕੀ ਹੈ, ਇਸ ਦੇ ਵਿੱਚ ਜਿਹੜੀ ਭਾਸ਼ਾ ਕਿੱਦਾਂ ਦੀ ਯੂਜ਼ ਕੀਤੀ ਗਈ ਹੈ, ਸ਼ੈਲੀ ਕਿਸ ਤਰ੍ਹਾਂ ਦੀ ਹੈ, ਅਲੰਕਾਰ ਵਗੈਰਾ ਕਿਸ ਤਰ੍ਹਾਂ ਵਰਤੇ ਹੋਏ ਨੇ, ਉਹ ਚੀਜ਼ਾਂ ਆਪਾਂ ਇਹਦੇ ਵਿੱਚ ਦੇਖਾਂਗੇ। ਤਾਂ ਵਿਸ਼ਾ ਵਸਤੂ, ਇਸ ਨਿਬੰਧ ਵਿੱਚ ਨਿਬੰਧਕਾਰ ਨੇ ਮਨੁੱਖੀ ਜੀਵਨ ਦੇ ਵਿੱਚ ਕਿਰਤ ਦੀ ਮਹਾਨਤਾ ਨੂੰ ਦਰਸਾਉਂਦਿਆਂ ਬੜੇ ਮੌਲਿਕ ਵਿਚਾਰ ਪੇਸ਼ ਕੀਤੇ ਹੈਗੇ ਨੇ। ਉਹ ਦੱਸਦਾ ਹੈ ਕਿ ਪਿਆਰ, ਮਿੱਤਰਤਾ ਅਤੇ ਹੋਰ ਦੈਵੀ ਗੁਣਾਂ ਨੂੰ ਆਪਣੇ ਅੰਦਰ ਗ੍ਰਹਿਣ ਕਰਨੇ ਮਨੁੱਖ ਨੂੰ ਕਦੇ ਵੀ ਵਿਹਲਾ ਨਹੀਂ ਰਹਿਣਾ ਚਾਹੀਦਾ। ਨਿਕੰਮਾ ਆਦਮੀ ਕਦੇ ਵੀ ਉੱਚੇ ਜੀਵਨ ਦੇ ਭੇਦਾਂ ਨੂੰ ਅਨੁਭਵ ਨਹੀਂ ਕਰ ਸਕਦਾ। ਨਿਕੰਮਾ ਮਨ ਸ਼ੈਤਾਨ ਦੀ ਆਪਣੀ ਟਕਸਾਲ ਬਣ ਜਾਂਦਾ ਹੈਗਾ, ਜਦ ਕਿ ਕਿਰਤ ਮਨੁੱਖ ਵਿੱਚ ਦੈਵੀ ਗੁਣ ਪੈਦਾ ਕਰਦੀ ਹੈ। ਕਿਰਤੀ ਰੱਬ ਦੀ ਰਜ਼ਾ, ਬੇਪਰਵਾਹੀ ਅਤੇ ਨਿਸ਼ਚਿੰਤਤਾ ਵਿੱਚ ਵਿਚਰਦੇ ਹਨ। ਨਿਸ਼ਚਿੰਤਤਾ ਕੀ ਹੁੰਦੀ ਹੈ ਵੀ ਉਹਨਾਂ ਨੂੰ ਕਿਸੇ ਗੱਲ ਦਾ ਫਿਕਰ ਨਹੀਂ ਹੁੰਦਾ। ਉਹ ਆਪਣਾ ਜਿਹੜਾ ਹੈਗਾ, ਜਿਵੇਂ ਆਪਾਂ ਕਹਿ ਸਕਦੇ ਹੈਗੇ ਹਾਂ ਵੀ ਆਪਣੀ ਮੌਜ ਦੇ ਵਿੱਚ ਉਹ ਸਿਰਫ ਕਿਰਤ ਕਰਦੇ ਨੇ ਅਤੇ ਫਲ ਦੀ ਉਮੀਦ ਨਹੀਂ ਕਰਦੇ ਹੈਗੇ ਅਤੇ ਫਿਕਰ ਵੀ ਨਹੀਂ ਕਰਦੇ। ਉਹਨਾਂ ਵਿੱਚ ਦਇਆ, ਉਦਾਰਤਾ ਆਦਿ ਉੱਚੇ ਗੁਣ ਸਹਿਜ ਸੁਭਾਅ ਰੂਪ ਦੇ ਵਿੱਚ ਮੌਜੂਦ ਹੁੰਦੇ ਨੇ। ਹੱਥਾਂ ਪੈਰਾਂ ਦੀ ਕਿਰਤ ਕਰਨ ਵਾਲੇ ਦਾ ਚਿੱਤ, ਮਨ ਆਪ ਮੁਹਾਰਾ ਹੀ ਕਰਤਾਰ ਨਾਲ ਜੁੜ ਜਾਂਦਾ ਹੈ। ਕਰਤਾਰ ਦਾ ਭਾਵ ਕੀ ਹੈ? ਪਰਮਾਤਮਾ। ਅਤੇ ਅਜਿਹੀ ਕਿਰਤ ਰੱਬ ਦੀ ਪੂਜਾ ਹੋ ਜਾਂਦੀ ਹੈਗੀ ਹੈ। ਸੁੱਚੀ ਕਿਰਤ ਕਰਨ ਵਾਲਾ ਸਮਝਦਾ ਹੈ ਕਿ ਉਸ ਦਾ ਕੰਮ ਦਾ ਕਿਰਤ ਕਰਨਾ ਹੈ ਅਤੇ ਫਲ ਦੇਣ ਵਾਲਾ ਕੋਈ ਹੋਰ ਹੈ। ਇਸ ਤਰ੍ਹਾਂ ਉਹ ਸਬਰ ਸੰਤੋਖ ਵਿੱਚ ਵਿਚਰਦਾ ਹੋਇਆ ਇੱਕ ਤਰ੍ਹਾਂ ਸਾਧ ਹੁੰਦਾ ਹੈ। ਗੁਰੂ ਸਾਹਿਬਾਂ ਦੀ ਬਾਣੀ ਦੇ ਵਿੱਚ ਸਹਿਜ ਸੁਭਾਅ ਦੇ ਗੁਣਾਂ ਦੇ ਪ੍ਰਕਾਸ਼ਕ ਨੂੰ ਬਾਹੋਂ ਫੜ ਕੇ ਦੁਨਿਆਵੀ ਕੂੜ ਕਵਾੜ ਵਿੱਚੋਂ ਬਾਹਰ ਕੱਢਿਆ ਗਿਆ ਸੀ। ਗੁਰਬਾਣੀ ਵਿੱਚ ਇੱਕ ਪਾਸੇ 10 ਨਹੁੰਆਂ ਦੀ ਕਿਰਤ ਦੀ ਸਿਫਤ ਹੈ, ਦੂਜੇ ਪਾਸੇ ਬ੍ਰਹਮ ਗਿਆਨੀ ਦੀ, ਜਿਹੜਾ ਕਿ ਰਸਿਕ ਕਿਰਤ ਕਰਨ ਵਾਲਾ ਸਾਧੂ ਹੁੰਦਾ ਹੈ। ਨਿਬੰਧਕਾਰ ਅਨੁਸਾਰ ਉਹ ਵਿੱਦਿਆ ਹੀ ਅਸਲ ਵਿੱਦਿਆ ਹੈ ਜਿਹੜੀ ਮਨੁੱਖ ਨੂੰ ਕੁਦਰਤ ਦੇ ਨਾਲ ਅਭੇਦ ਹੋ ਕੇ ਕਿਰਤ ਕਰਨੀ ਸਿਖਾਉਂਦੀ ਹੈਗੀ ਆ। ਇਸ ਪ੍ਰਕਾਰ ਨਿਬੰਧਕਾਰ ਨੇ ਇਸ ਨਿਬੰਧ ਵਿੱਚ ਕਿਰਤ ਅਤੇ ਕਿਰਤੀ ਵਿਅਕਤੀ ਸੰਬੰਧੀ ਬੜੇ ਮੌਲਿਕ ਅਤੇ ਰਹੱਸਮਈ ਵਿਚਾਰ ਪੇਸ਼ ਕੀਤੇ ਹੈਗੇ ਨੇ। ਤਾਂ ਦੂਸਰਾ ਪੈਰਾਗ੍ਰਾਫ ਬਣਾਵਾਂਗੇ ਆਪਾਂ ਉਦੇਸ਼। ਇਸ ਨਿਬੰਧ ਦਾ ਉਦੇਸ਼ ਪਾਠਕਾਂ ਨੂੰ 10 ਨਹੁੰਆਂ ਦੀ ਕਿਰਤ ਦੀ ਮਹਾਨਤਾ ਦਰਸਾ ਕੇ ਕਿਰਤ ਨੂੰ ਜੀਵਨ ਦਾ ਅੰਗ ਬਣਾਉਣ ਦੀ ਪ੍ਰੇਰਨਾ ਦੇਣਾ ਹੈ। ਮਤਲਬ ਉਹਨਾਂ ਨੂੰ ਸਮਝਾਉਣਾ ਹੈ ਪਾਠਕਾਂ ਨੂੰ ਵੀ ਜਿਹੜਾ 10 ਨਹੁੰਆਂ ਦੀ ਕਿਰਤ ਕਰਨੀ ਚਾਹੀਦੀ ਹੈ ਅਤੇ ਉਹਦੇ ਵਿੱਚ ਹੀ ਉਹਨਾਂ ਨੂੰ ਖੁਸ਼ੀ ਮਹਿਸੂਸ ਕਰਨੀ ਚਾਹੀਦੀ ਹੈਗੀ ਹੈ। ਹੁਣ ਅਗਲਾ ਜੋ ਪੁਆਇੰਟ ਹੈ ਉਹ ਅਸੀਂ ਦੇਖਾਂਗੇ ਕਿ ਇਸ ਨਿਬੰਧ ਹੈ ਜੋ ਉਸਦਾ ਆਦ, ਮੱਧ ਅਤੇ ਅੰਤ ਉਹ ਕਿਸ ਤਰ੍ਹਾਂ ਹੋਇਆ। ਇਸ ਨਿਬੰਧ ਦਾ ਆਦ ਬੜਾ ਖਿੱਚ ਭਰਿਆ ਅਤੇ ਮਾਰਮਿਕ ਹੈ। ਖਿੱਚ ਭਰਿਆ ਆਦ ਦਾ ਅਰਥ ਹੁੰਦਾ ਆਰੰਭ ਕਿਸ ਤਰ੍ਹਾਂ ਦਾ ਹੋਇਆ। ਇਸ ਦੇ ਮੱਧ ਵਿੱਚ ਕਿਰਤ ਅਤੇ ਕਿਰਤੀ ਦੀ ਮਹਾਨਤਾ ਦੇ ਭਿੰਨ ਭਿੰਨ ਪੱਖਾਂ ਨੂੰ ਦਰਸਾਇਆ ਗਿਆ ਹੈ ਅਤੇ ਅੰਤ ਵਿੱਚ ਸਾਰ ਅੰਸ਼ ਪੇਸ਼ ਕਰਦਿਆਂ ਕੁਦਰਤ ਦੀ
रूह नाल भेद करने वाली विद्या नूं ही असल विद्या करार दिता गया है। इस प्रकार यह एक गुंदवा निबंध है। मतलब कहने का भाव की है, इसका जिहड़ा निबंध है उसका जो आद मध्य अते अंत बड़ा ही रोचक हैगा, सिक्ख्यादायक भी है। शैली, इस निबंध की शैली बौद्धिक अते काव्यमई है। बौद्धिक की हुंदा जिहदे विच काफ़ी भारियां भारियां गल्लां लिखियां होईयां इहदे विच। किधरे किधरे निबंधकार रहस्यमई होया जापदा है अते उसके विचार बड़े गुंझलदार प्रतीत हुंदे ने। उस विच विचारां दी डूंघाई है जिन्हां नूं उपमावां, दृष्टांतां, हवालिਆਂ, टूकां अते तर्कां दे नाल प्रगट किया गया है। इस निबंध की शैली गूढ़ ज्ञान दे नाल भरी होने के बावजूद स्वादली, रोचक अते प्रभावशाली हैगी। अगला पॉइंट है भाषा का। इस निबंध की भाषा है जो पोठोहारी के वधेरे नेड़े है। शब्द जोन ढुकवीं ते भावां ते विचारां दे अनुकूल है। भाषा मुहावरेदार अते रस भरी है। निबंधकार अपने भावां ते विचारां नूं प्रगट करन लई जिथे हथ पवे उत्थों हथ चुक लैंदा है। इस करके उसकी शब्दावली विच उसकी शब्दावली दे विच उर्दू, फारसी, हिंदी, संस्कृत अते अंग्रेज़ी के शब्दों की खुली वरतों उसने की हुई हैगी। हुण उदाहरणां दित्तियां होईयां ने अगे आपां तां भी जिवें उर्दू अते फारसी के बथेरे शब्द वरते ने, जिवें शैतान, जिमीदार, शिकवा, बर्दाश्त, बरकत, कसब, जहालत, शिकायत, खरैतां आदि ये उर्दू फारसी के शब्द हैगे ने। हिंदी अते संस्कृत के दिव्य, आवेश, मरम, प्रतिबिंब, चितवन, कर्म, चंचलता, द्वैत, नैन प्राण, अहंकारी, गर्भित, विषय, कौशल आदि। अंग्रेज़ी के बथेरे शब्द वरते हुए हैं जिवें सोसाइटी, आर्ट आदि। इस तो इलावा वंजाण, कूया आदि किरियावां पोठोहारी दियां ने। इस दे नाल ही प्रोफैसर पूरन सिंह ने अपनी इस रचना दे विच मुहावरिਆਂ ते अखाणां दी वधिया वरतों की हुई है, जिवें बांह पकड़नी, ਕਾਂ वखाणी, दसां नौहां दी किरत करना ते वेला मन शैतान दी टकसाल आदि। निबंधकार की लिखत विच शब्द जोड़ प्रमाणिक नहीं हैं। हुण कहने का भाव की है, जदों असीं किसी भी रचना की ਸਾਹਿਤਕ पड़चोल करनी है, आपां उहदी सिर्फ तारीफ नहीं करनी, आपां उहदे विचों कमियां भी लभणीਆਂ ਹੁੰਦੀਆਂ ਨੇ बेटा। ਤਾਂ ਇਹਦੇ ਵਿੱਚ ਕੀ ਦੱਸਿਆ ਹੈਗਾ कि ਇਹ शब्द जोड़ने ਜਿਹੜੇ प्रमाणिक नहीं हैगे, ਇਹ हिंदी ਅਤੇ संस्कृत प्रभावित ने, जिवें मित्रता, दिव्य, छाया आदि। इस तो इलावा इस निबंध ਵਿੱਚ बहुत सारे समासां ਦੀ ਵਰਤੋਂ भी की हुई है, जिवें ज्ञान गोदड़ी, बिजली लिशकदियाँ, नैन प्राण, वाद विवाद, आप मुहारा आदि। हुण समासी शब्द किहड़े हुंदे ने, जिहड़े दो शब्दां नूं जोड़ के बने हुंदे ने। हुण अगला जो पॉइंट है वह है वाक अते पैरे भी किस तरह बनाए हुए हैं। इस रचना के कई वाक बड़े ही गुंझलदार अते ਬਣਤਰ ਦੇ पक्षों व्याकरणक नुकसां नाल भरपूर ने। इन्हां विच मेल ते तरतीब दीयां गलतियां आम ने। हुण मेल ते तरतीब दीयां गलतियां किहड़ियां हुंदियां ने, जिहड़ियां व्याकरण के पक्ष तो हुंदियां ने। तां इहदे बारे जो आपां एक वीडियो बनाई हुई आ, मेल अते मतलब इहदे इस विषय ते बई जिहड़ा वाक दे विच मेल है ना, इहदे बारे भी किहदे नाल मेल होना चाहिए है ना। तां उहदे चों तुसीं देख सकदे हो किहड़ियां इहदे विच आपां गलतियां ਲੱਭ सकते हैगे। उंज वाक विचारां की लड़ी नूं अगे ਤੋਰਦੇ ਨੇ ਅਤੇ ਉਸ ਨੂੰ ਸਾਰਥਿਕਤਾ ਪ੍ਰਦਾਨ ਕਰਦੇ ਨੇ। ਸਮੁੱਚੀ ਰਚਨਾ ਪੈਰਿਆਂ ਦੇ ਵਿੱਚ ਵੰਡੀ ਹੋਈ ਹੈ। ਹਰੇਕ ਪੈਰਾ ਇੱਕ ਖਿੱਚ ਭਰੇ ਵਾਕ ਦੇ ਨਾਲ ਆਰੰਭ ਹੁੰਦਾ ਹੈ। ਮਤਲਬ ਕਹਿਣ ਦਾ ਭਾਵ ਕੀ ਹੈ, ਵੈਸੇ ਜਿਹੜਾ ਹੈ ਥੋੜ੍ਹੀ ਬਹੁਤੀ ਗਲਤੀਆਂ ਹੈਗੀਆਂ ਨੇ, ਪਰ ਫਿਰ ਵੀ ਹਰ ਇੱਕ ਪੈਰਾ ਇੱਕ ਖਿੱਚ ਭਰੇ ਵਾਕ ਦੇ ਨਾਲ ਆਰੰਭ ਹੁੰਦਾ ਹੈ ਅਤੇ ਕਿਸੇ ਨਵੇਂ ਵਿਚਾਰ ਨੂੰ ਜਨਮ ਦੇ ਕੇ ਖਤਮ ਹੋ ਜਾਂਦਾ ਹੈ। ਸਮੁੱਚੀ ਰਚਨਾ ਇੱਕ ਨਿਆਏ ਲੜੀ ਦੇ ਵਿੱਚ ਪਰੋਈ ਹੋਈ ਹੈਗੀ ਹੈ। अलंकार, निबंधकार ਦੇ ਇੱਕ ਕਵੀ ਹੋਣ ਕਰਕੇ ਉਸਦੀ ਸ਼ੈਲੀ ਕਾਵਮਈ ਹੈ, ਜਿਸ ਕਰਕੇ ਇਸ ਰਚਨਾ ਵਿੱਚ ਬਹੁਤ ਸਾਰੇ ਸ਼ਬਦ ਅਤੇ ਅਰਥ अलंकारां ਦਾ ਪ੍ਰਵੇਸ਼ ਹੋਇਆ ਹੈ, ਜੋ ਨਾ ਕੇਵਲ ਇਸ ਵਿਚਲੇ ਭਾਵਾਂ ਅਤੇ ਵਿਚਾਰਾਂ ਨੂੰ ਸਪਸ਼ਟ ਹੀ ਕਰਦੇ ਨੇ, ਸਗੋਂ ਰਚਨਾ ਨੂੰ ਸ਼ਿੰਗਾਰਦੇ ਅਤੇ ਸਵਾਰਦੇ ਵੀ ਹਨ। ਜ਼ਰਾ ਵੇਖੋ ਭਿੰਨ ਭਿੰਨ अलंकारां ਦੇ ਨੂਨ ਨੇ।
ਆਪਣੇ ਅੰਦਰ ਕਰਮ ਕਰਨ, ਕਿਰਤ ਕਰਨ, ਕੀਤੀ ਕਿਰਤ, ਸੁੱਚੇ ਸਿਦਕ, ਨਿੱਕੇ ਨਿੱਕੇ ਨੁਕਸਾਨ, ਗਰੀਬ ਗਵਾਲੀਅਰ, ਭਾਵੇਂ ਭੋਲੇ ਭਾਵਾਂ, ਸ਼ੇਖ ਅਨੁਪ੍ਰਸ, ਠੀਕ ਹੈ, ਇਹਨਾਂ ਦੇ ਵਿੱਚ ਇਹ ਵਰਤੇ ਹੋਏ ਨੇ। ਬਾਦਸ਼ਾਹੀ ਮਹਿਲਾਂ, ਗਰੀਬ ਕਿਰਤੀ, ਇਹਦੇ 'ਚ ਸ਼ਰੂਤੀ ਅਨੁਪ੍ਰਾਸ ਦੀ ਵਰਤੋਂ ਹੋਈ ਹੈ। ਜੀਂਦੀ ਥੀਂਦੀ, ਗੋਦਨ, ਗਜਤਨ, ਬਾਜਤਨ, ਇਹ ਕੀ ਹੈ, ਵ੍ਰਿਤੀ ਅਨੁਪ੍ਰਾਸ ਹੈ। ਅਨੁਪ੍ਰਾਸਾਂ ਦੀ ਕਿਸਮਾਂ ਨੇ ਬੇਟੇ ਜਿਹੜੀਆਂ ਤੁਸੀਂ ਪੜ੍ਹ ਚੁੱਕੇ ਹੈਗੇ ਹੋ, +2 ਦੇ ਵਿੱਚ ਹੈਗੀਆਂ ਇਹ, ਤਾਂ ਉਹਦੇ ਅਕੋਰਡਿੰਗਲੀ ਇਹਦੇ ਵਿੱਚੋਂ ਆਪਾਂ ਇਸ ਤਰ੍ਹਾਂ ਲੱਭ ਸਕਦੇ ਹੈਗੇ। ਇੱਕ ਮਾਲਤੀ ਦੇ ਫੁੱਲ ਵਾਂਗ ਸੁਗੰਧੀ ਖਲੇਰਨ ਲਈ ਆਦਮੀ ਨੂੰ ਕਦੇ ਨਿਕੰਮਾ ਨਹੀਂ ਰਹਿਣਾ ਚਾਹੀਦਾ। ਹੁਣ ਇਹਦੇ ਵਿੱਚ ਕੀ ਹੈ, ਇੱਕ ਮਨੁੱਖ ਨੂੰ ਮਾਲਤੀ ਦੇ ਫੁੱਲ ਦੇ ਨਾਲ ਉਪਮਾ ਦਿੱਤੀ ਹੋਈ ਹੈ, ਇੱਥੇ ਉਪਮਾ ਅਲੰਕਾਰ ਹੈਗੀ। ਅੱਗੇ ਹੈ, ਪਰ ਸਰੀਰ ਨਾਲ ਕੀਤੀ ਹੋਈ ਕਿਰਤ ਆਪ ਮਾਰੀ ਇਸ ਤਰ੍ਹਾਂ ਬਿਰਛਾਂ ਉੱਤੇ ਜਿਸ ਤਰ੍ਹਾਂ ਬਿਰਛਾਂ ਉੱਤੇ ਫੁੱਲ ਫਲ ਆਉਣ ਲੱਗਦੇ ਨੇ, ਸਿਦਕ ਅਤੇ ਪਿਆਰ ਅਤੇ ਰੱਬ ਦੀ ਰੱਬਤਾ ਵਿੱਚ ਜੀਣ ਲੱਗ ਜਾਂਦੀ ਹੈ। ਹੁਣ ਇਹਦੇ ਵਿੱਚ ਵੀ ਉਪਮਾ ਦਿੱਤੀ ਹੋਈ ਆ ਵੀ ਜਿਹੜੀ ਮਨੁੱਖ ਦੀ ਕਿਰਤ ਹੈ ਉਸ ਨੂੰ ਕੀ ਕਿਹਾ ਗਿਆ ਹੈ, ਜਿਵੇਂ ਵੀ ਬਿਰਛ ਦੇ ਉੱਤੇ ਆਪ ਮੁਹਾਰੇ ਫੁੱਲ ਫਲ ਲੱਗ ਜਾਂਦੇ ਨੇ, ਇਸੇ ਤਰ੍ਹਾਂ ਹੀ ਜਿਹੜਾ ਕਿਰਤੀ ਹੁੰਦਾ ਹੈ ਉਸਦੇ ਸੁਭਾਅ ਦੇ ਵਿੱਚ ਜਿਹੜੇ ਹੈਗੇ ਨੇ ਗੁਣ ਆ ਜਾਂਦੇ ਨੇ, ਸਹਿਜ ਸੁਭਾਅ ਹੀ। ਅਗਲਾ ਜੋ ਹੈ, ਤੇ ਖਲਵਾੜੇ ਵਿੱਚ ਬੈਠਾ ਕਿਰਸਾਨ ਜਿਸ ਖੁੱਲ੍ਹੇ ਦਿਲ ਨਾਲ ਉਦਾਰਤਾ ਨਾਲ ਦਾਨ ਕਰ ਸਕਦਾ ਹੈ, ਉਹ ਅਕਲ ਵਾਲਾ ਅਤੇ ਸੋਚਾਂ ਵਾਲਾ ਮਾਨਸਿਕ ਵਿਅਕਤੀ ਨਹੀਂ ਕਰ ਸਕਦਾ। ਅਤੇ ਇਹਦੇ ਵਿੱਚ ਕੀ ਹੈ, ਦ੍ਰਿਸ਼ਟਾਂਤ ਅਲੰਕਾਰ ਦੀ ਵਰਤੋਂ ਕੀਤੀ ਗਈ ਹੈਗੀ। ਅੱਗੇ ਹੈ, ਤਰਕਸ਼ੀਲਤਾ, ਹਵਾਲੇ ਅਤੇ ਟੂਕਾਂ। ਹਵਾਲੇ ਅਤੇ ਟੂਕਾਂ ਹੁੰਦੀਆਂ ਨੇ ਉਦਾਹਰਣ। ਨਿਬੰਧਕਾਰ ਨੇ ਆਪਣੇ ਵਿਚਾਰਾਂ ਦੀ ਪ੍ਰੋੜਤਾ ਲਈ ਲੋਕ ਸਾਹਿਤ, ਆਲੇ ਦੁਆਲੇ ਦੇ ਜੀਵਨ, ਜਾਪਾਨੀ ਲੋਕਾਂ ਦੇ ਵਿਹਾਰ, ਪੱਛਮੀ ਵਿਚਾਰਵਾਨਾਂ ਜਿਵੇਂ ਟਾਲਸਟਾਏ ਅਤੇ ਕਾਰਲਾਈਲ, ਅਤੇ ਇਸ ਤੋਂ ਇਲਾਵਾ ਗੁਰਬਾਣੀ ਵਿੱਚੋਂ ਹਵਾਲੇ ਅਤੇ ਟੂਕਾਂ ਦੇ ਕੇ ਆਪਣੇ ਵਿਚਾਰਾਂ ਨੂੰ ਪ੍ਰੋੜਤਾ ਕੀਤੀ ਹੈ। ਜਿਵੇਂ ਕਰਮ ਧਰਮ ਪਖੰਡ ਜੋ ਦਿਸੈ, ਤਿਨ ਜਮ ਜਾਗਾਤੀ ਲੁਟੈ, ਗੁਰਬਾਣੀ ਦੇ ਵਿੱਚੋਂ ਉਦਾਹਰਨ ਲਈ ਹੈ। ਈਸਾਈ ਮਤ ਬਾਦਸ਼ਾਹੀ ਮਹਿਲਾਂ ਵਿੱਚ ਟਾਲਸਟਾਏ ਨੂੰ ਨਜ਼ਰ ਨਹੀਂ ਸੀ ਆਇਆ, ਪਰ ਭੋਲੇ ਭਾਲੇ ਰੂਸ ਦੇ ਕਿਸਾਨਾਂ ਦੇ ਵਹਿਮਾਂ ਦੇ ਹਨੇਰੇ ਵਿੱਚ ਬਿਜਲੀ ਲਿਸ਼ਕਦੀਆਂ ਧਾਰੀਆਂ ਸੱਚੇ ਸਿਦਕ ਦੀ ਉਹਨੂੰ ਨਜ਼ਰ ਆਈਆਂ। ਅਨੁਭਵੀ ਗਿਆਨ, ਇਸ ਨਿਬੰਧ ਵਿੱਚ ਲੇਖਕ ਦਾ ਅਨੁਭਵੀ ਗਿਆਨ ਝਲਕਦਾ ਹੈ, ਜਿਸ ਕਰਕੇ ਉਸਦੇ ਬਹੁਤ ਸਾਰੇ ਵਾਕ ਅਖਾਣਾਂ ਵਾਂਗ ਜੀਵਨ ਸੱਚਾਈਆਂ ਨੂੰ ਬਿਆਨ ਕਰਦੇ ਹੋਏ ਪ੍ਰਤੀਤ ਹੁੰਦੇ ਹਨ। ਜਿਵੇਂ ਸੁੱਚੀ ਕਿਰਤ ਕਰਨ ਵਾਲੇ ਦਾ ਸਹਿਜ ਸੁਭਾਅ, ਇਹ ਅਨੁਭਵ ਹੁੰਦਾ ਹੈ ਕਿ ਮੇਰਾ ਤਾਂ ਕੰਮ ਕਰਨਾ ਹੀ ਬਣਦਾ ਹੈ, ਫਲ ਦੇਣ ਵਾਲਾ ਤਾਂ ਕੋਈ ਹੋਰ ਹੈ। ਨਸ਼ੇ ਵਿੱਚ ਆਦਮੀ ਦੁਨੀਆ ਅਤੇ ਆਪਣੇ ਚੁਗਿਰਦੇ ਦੀ ਕੀ ਪਰਵਾਹ ਕਰਦਾ ਹੈ। ਸੁੱਚੀ ਕਿਰਤ ਹੀ ਰੱਬ ਦੀ ਪੂਜਾ ਹੈ। ਸੁਭਾਸ਼ਣ, ਸਮੁੱਚੇ ਤੌਰ 'ਤੇ ਸੁਭਾਸ਼ਣ ਦਾ ਮਤਲਬ ਕੀ ਹੈਗਾ ਵੀ ਇਹਦਾ ਆਪਾਂ ਸਾਰ ਅੰਸ਼ ਕਹਿ ਸਕਦੇ ਹਾਂ। ਸਮੁੱਚੇ ਤੌਰ 'ਤੇ ਇਹ ਨਿਬੰਧ ਆਪਣੇ ਗੁਣਾਂ ਕਰਕੇ ਸਾਨੂੰ ਲੇਖਕ ਦਾ ਕਿਰਤ ਦੇ ਵਿਸ਼ੇ ਉੱਤੇ ਇੱਕ ਸੁਭਾਸ਼ਣ ਪ੍ਰਤੀਤ ਹੁੰਦਾ ਹੈ। ਇਸ ਉੱਪਰ ਉਸ ਦੀ ਅਨੁਭਵੀ, ਰਹੱਸਮਈ, ਸੁਹਿਰਦ ਅਤੇ ਵਿਦਵਾਨ ਸ਼ਖਸੀਅਤ ਦੀ ਛਾਪ ਲੱਗੀ ਹੋਈ ਹੈਗੀ ਵੀ ਆਪਾਂ ਨੂੰ ਇਹ ਭਾਸ਼ਣ ਲੱਗਦਾ ਹੈ ਨਾ। ਇਸ ਵਿੱਚੋਂ ਸਾਨੂੰ ਨਿਬੰਧਕਾਰ ਦਾ ਆਤਮ ਪ੍ਰਕਾਸ਼ ਝਲਕਦਾ ਵਿਖਾਈ ਦਿੰਦਾ ਹੈ। ਇਸ ਨੂੰ ਪੜ੍ਹਦਿਆਂ ਹੋਇਆਂ ਅਸੀਂ ਉਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਵੀ ਹੁੰਦੇ ਹਾਂ ਅਤੇ ਉਹਨਾਂ ਨਾਲ ਪੂਰੀ ਤਰ੍ਹਾਂ ਸਹਿਮਤ ਵੀ ਹੁੰਦੇ ਹਾਂ। ਸਮੁੱਚੇ ਤੌਰ 'ਤੇ ਇਸ ਨਿਬੰਧ ਨੂੰ ਨਿਬੰਧਕਾਰ ਦਾ ਇੱਕ ਉੱਤਮ ਨਮੂਨਾ ਕਿਹਾ ਜਾ ਸਕਦਾ ਹੈ। ਤਾਂ ਇਹ ਤਾਂ ਸੀਗਾ ਆਪਣਾ ਮਹੱਤਵਪੂਰਨ ਪ੍ਰਸ਼ਨ, ਕਿਰਤ ਨਾਮੀ ਨਿਬੰਧ ਦੀ ਸਾਹਿਤਕ ਆਲੋਚਨਾ, ਜਿਸ ਵਿੱਚ ਆਪਾਂ ਕਈ ਪੁਆਇੰਟ ਡਿਸਕਸ ਕਰਨੇ ਨੇ, ਯਾਦ ਰੱਖਣੇ ਨੇ ਬੇਟੇ। ਇਸ ਨੂੰ ਆਪਣਾ ਦਿਮਾਗ 'ਚ ਬਿਠਾ ਲੈਣਾ ਵੀ ਸਭ ਤੋਂ ਪਹਿਲਾਂ ਅਸੀਂ ਨਿਬੰਧ ਦਾ ਜਦੋਂ ਆਲੋਚਨਾ ਕਰਨੀ ਹੈਗੀ ਆ, ਹੋਵੇ ਨਿਬੰਧ ਕੋਈ ਵੀ, ਸਭ ਤੋਂ ਪਹਿਲਾ ਪੁਆਇੰਟ ਅਸੀਂ ਪਹਿਲੀ ਜਿਹੜਾ ਹੈ ਲਾਈਨ ਕੀ ਲਿਖਣੀ ਆ ਵੀ ਇਹ ਲਿਖਿਆ ਕਿਸ ਨੇ ਆ। ਦੂਸਰੀ ਲਾਈਨ ਦੇ ਵਿੱਚ ਆਪਾਂ ਵਿਸ਼ਾ ਵਸਤੂ ਲਿਖ ਦੇਣਾ ਹੈ। ਤੀਸਰੀ ਲਾਈਨ ਦੇ ਵਿੱਚ ਉਦੇਸ਼ ਲਿਖਣਾ ਹੈ। ਉਸ ਤੋਂ ਬਾਅਦ ਫਿਰ ਆਪਾਂ ਆਦ ਅੰਤ ਅਤੇ ਮੱਧ ਬਾਰੇ ਲਿਖ ਦੇਣਾ ਹੈਗਾ। ਉਸ ਤੋਂ ਬਾਅਦ ਫਿਰ ਅਸੀਂ ਇਹਦੀ ਭਾਸ਼ਾ ਜੋ ਸ਼ਬਦਾਵਲੀ ਦੀ ਵਰਤੋਂ ਹੈਗੀ ਆ, ਫਿਰ ਅਲੰਕਾਰਾਂ ਦੀ ਗੱਲ ਕਰਨੀ ਹੈਗੀ ਆ। ਉਸ ਤੋਂ ਬਾਅਦ ਫਿਰ ਤਰਕਸ਼ੀਲਤਾ ਜਾਂ ਉਦਾਹਰਨਾਂ ਦੇਖਣੀਆਂ ਨੇ ਵੀ ਇਹਨੂੰ ਕਿੱਥੋਂ ਕਿੱਥੋਂ ਲਈਆਂ ਹੈਗੀਆਂ ਨੇ, ਅਨੁਭਵ ਦੱਸਣਾ ਵੀ ਕਿੱਥੋਂ ਕਿੱਥੋਂ ਦਾ ਹੈਗਾ ਉਹਨੂੰ, ਅਤੇ ਇਸ ਤੋਂ ਇਲਾਵਾ ਫਿਰ ਅਸੀਂ ਉਹਦਾ ਅਖੀਰ ਦੇ ਵਿੱਚ ਉਸਦਾ ਸਾਰ ਅੰਸ਼ ਪ੍ਰਗਟ ਕਰਦੇ ਹੋਏ ਹਮੇਸ਼ਾ ਅੰਤ ਵਿੱਚ ਅਸੀਂ ਲਾਈਨ ਇਹੀ ਲਿਖਣੀ ਆ ਹਰੇਕ ਨਿਬੰਧ ਦੇ ਵਿੱਚ ਕਿ ਇਸ ਨਿਬੰਧ ਨੂੰ ਨਿਬੰਧ ਕਲਾ ਦਾ ਇੱਕ ਉੱਤਮ ਨਮੂਨਾ ਕਿਹਾ ਜਾ ਸਕਦਾ ਹੈਗਾ।
क्योंकि लिखना कोई ਅਸੀਂ ਕਹਿ ਸਕਦੇ ਹਾਂ बड़ा सौखा काम नहीं हैगा। ਵਿਚਾਰਾਂ ਨੂੰ ਇੱਕ ਕਿਸੇ ਨਿਬੰਧ ਦਾ ਰੂਪ ਦੇਣਾ ਬੜਾ ਹੀ ਜਿਹੜਾ ਹੈ ਅਸੀਂ ਕਹਾਂਗੇ ਵੀ ਮਿਹਨਤ ਦਾ ਕੰਮ ਹੁੰਦਾ ਹੈਗਾ। ਅਤੇ ਸਾਹਿਤ ਲਿਖਣਾ ਵੀ ਸੌਖੀ ਗੱਲ ਨਹੀਂ ਹੈਗੀ। ਸੋ ਅਸੀਂ ਅਖੀਰ ਦੇ ਵਿੱਚ ਇਹ ਲਾਈਨ ਜ਼ਰੂਰ ਲਿਖਣੀ ਹੈਗੀ ਆ। ਅਤੇ ਇਸ ਤਰ੍ਹਾਂ ਅਸੀਂ ਕਿਸੇ ਵੀ ਨਿਬੰਧ ਦੀ ਸਾਹਿਤਕ ਆਲੋਚਨਾ ਕਰ ਸਕਦੇ ਹੈਗੇ ਹਾਂ। ਉਮੀਦ ਕਰਦੀ ਹੈਗੀ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ। ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਨਾ, ਆਪਣੇ ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਨਾ। ਜੇਕਰ ਚੈਨਲ 'ਤੇ ਨਵੇਂ ਆਏ ਹੈਗੇ ਹੋ ਤਾਂ ਚੈਨਲ ਦੀ ਪਲੇਲਿਸਟ ਹਰ ਹਾਲਤ ਵਿੱਚ ਬਚਣਾ ਬੇਟਾ, ਕਿਉਂਕਿ ਇਸ ਚੈਨਲ ਦੇ ਉੱਤੇ ਇੱਕ ਨਾਲੋਂ ਵੱਧ ਕਲਾਸਿਸ ਦਾ ਕੰਮ ਪਾਇਆ ਹੋਇਆ ਹੈਗਾ। ਅਤੇ 10ਵੀਂ ਤੋਂ ਲੈ ਕੇ 12ਵੀਂ ਹੈ ਨਾ, ਉਸ ਤੋਂ ਇਲਾਵਾ BA ਦੇ ਸਾਰੇ ਸਮੈਸਟਰਾਂ ਦਾ ਕੰਮ ਕੀਤਾ ਹੋਇਆ ਹੈਗਾ। ਜਨਰਲ ਪੰਜਾਬੀ ਦਾ ਤਾਂ ਆਲਮੋਸਟ ਤਕਰੀਬਨ ਸਭ ਦਾ ਪੂਰਾ ਹੈਗਾ। ਅਤੇ ਹੁਣ ਇਲੈਕਟਿਵ ਪੰਜਾਬੀ ਦਾ ਵੀ 4th ਸਮੈਸਟਰ ਦਾ ਵੀ ਕੰਮ ਸ਼ੁਰੂ ਕੀਤਾ ਹੈ। ਤੁਹਾਡਾ 6ਵੇਂ ਵਾਲਿਆਂ ਦਾ ਵੀ ਸਮੈਸਟਰ ਦਾ ਵੀ ਕੰਮ ਕੀਤਾ ਹੋਇਆ। ਔਰ BCom ਦੇ 1st ਸੈਮ ਅਤੇ 2nd ਸੈਮ ਦੇ ਵਿੱਚ ਉਹਨਾਂ ਦੀ ਪਾਠ ਪੁਸਤਕ ਹੈ, ਉਸ ਦੇ ਨਾਲ ਸੰਬੰਧਿਤ ਸਾਰੇ ਦਾ ਸਾਰਾ ਸਿਲੇਬਸ ਅਪਲੋਡ ਕੀਤਾ ਹੋਇਆ ਹੈਗਾ। ਖਾਸ ਤੌਰ 'ਤੇ ਵਿਆਕਰਨ ਦਾ ਕੰਮ, ਜੋ ਕਿ ਸਾਰੀਆਂ ਕਲਾਸਾਂ ਦੇ ਲਈ ਲਾਭਦਾਇਕ ਹੁੰਦਾ ਹੈ। ਅਤੇ ਉਹਨਾਂ ਵਿੱਚੋਂ ਕੋਈ ਵੀ ਵੀਡੀਓ ਤੁਹਾਡੇ ਲਈ ਲਾਭਦਾਇਕ ਹੋ ਸਕਦੀ ਹੈ। ਤੁਸੀਂ ਪਲੇਲਿਸਟ ਹਰ ਹਾਲਤ ਵਿੱਚ ਬਚਣਾ ਬੇਟੇ। ਅਤੇ ਜੇਕਰ ਵੀਡੀਓ ਤੁਹਾਡੀ ਪੜ੍ਹਾਈ ਦੇ ਲਈ ਲਾਭਦਾਇਕ ਹੋਈ ਤਾਂ ਫਿਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਸ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਬਿਲਕੁਲ ਨਾ ਜਾਣਾ। ਅਤੇ ਇਸ ਤੋਂ ਬਿਨਾਂ ਸਬਸਕ੍ਰਾਈਬ ਕਰਦੇ ਹੋਏ ਬੈਲ ਆਈਕਨ ਵੀ ਪ੍ਰੈਸ ਕਰਨਾ, ਤਾਂ ਕਿ ਤੁਹਾਨੂੰ ਰੋਜ਼ਾਨਾ ਅਪਲੋਡ ਕੀਤੀਆਂ ਜਾਣ ਵਾਲੀਆਂ ਵੀਡੀਓਜ਼ ਬਾਰੇ ਨਾਲੋਂ ਨਾਲ ਜਾਣਕਾਰੀ ਮਿਲਦੀ ਰਹੇ। ਫਿਰ ਮਿਲਦੇ ਹੈਗੇ ਅਗਲੀ ਲਾਭਦਾਇਕ ਵੀਡੀਓ ਦੇ ਨਾਲ।